ਹੈਲੋ ਸਟੂਡੈਂਟਸ। ਹਾਂਜੀ ਬੇਟੇ, ਅੱਜ ਆਪਾਂ ਨੈਕਸਟ ਚੈਪਟਰ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਸਟੇਟਸ ਆਫ ਮੈਟਰ। ਠੀਕ ਹੈ ਬੇਟੇ, ਮੈਟਰ ਦੀਆਂ ਸਟੇਟਸ ਆਪਾਂ ਛੋਟੀ ਕਲਾਸਾਂ 'ਚ ਵੀ ਪੜ੍ਹਦੇ ਹਾਂ ਵੀ ਮੈਟਰ ਦੀਆਂ ਕਿੰਨੀਆਂ ਸਟੇਟ ਨੇ। ਠੀਕ ਹੈ ਬੇਟੇ, ਆਪਾਂ ਨੂੰ ਪਤਾ ਹੈ ਮੈਟਰ ਦੀਆਂ 3 ਸਟੇਟ ਹੁੰਦੀਆਂ, ਸੋਲਿਡ, ਲਿਕੁਇਡ ਤੇ ਗੈਸ। ਠੀਕ ਹੈ ਬੇਟੇ, ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨੂੰ ਇਹੀ ਪਤਾ ਹੋਣਾ ਚਾਹੀਦਾ ਵੀ ਸੋਲਿਡ ਕੀ ਹੁੰਦਾ, ਲਿਕੁਇਡ ਕੀ ਹੁੰਦਾ ਤੇ ਗੈਸ ਕੀ ਹੁੰਦਾ। ਸੋਲਿਡ is defined as that state of matter which possess a definite shape and definite volume। solid ਉਹ ਹੁੰਦੇ ਆ ਜਿਨ੍ਹਾਂ ਦੀ ਸ਼ੇਪ ਤੇ ਵੋਲਿਊਮ ਦੋਨੇ ਹੀ ਕੀ ਰਹਿੰਦੇ ਆ, ਡੈਫੀਨਾਈਟ ਰਹਿੰਦੇ ਆ। ਠੀਕ ਹੈ ਬੇਟੇ, ਕਦੇ ਚੇਂਜ ਨਹੀਂ ਹੁੰਦੇ। ਲਿਕੁਇਡ ਕਿਹੜੇ ਹੁੰਦੇ ਆ, ਜਿਨ੍ਹਾਂ ਦਾ ਵੋਲਿਊਮ ਤੇ ਡੈਫੀਨਾਈਟ ਹੁੰਦਾ ਹੈ ਬਟ ਨੋ ਡੈਫੀਨਾਈਟ ਸ਼ੇਪ, ਮਤਲਬ ਸ਼ੇਪ ਇਹਨਾਂ ਦੀ ਚੇਂਜ ਹੁੰਦੀ ਰਹਿੰਦੀ। ਜਿਵੇਂ ਕਿ ਆਪਾਂ ਗੱਲ ਕਰ ਲਈਏ ਵਾਟਰ ਨੂੰ ਬੇਟੇ ਆਪਾਂ ਜਿਹੜੇ ਵੀ ਬਰਤਨ 'ਚ ਪਾਵਾਂਗੇ ਉਹ ਉਸੇ ਦੀ ਸ਼ੇਪ ਦਾ ਬਣ ਜਾਏਗਾ, ਉਸੇ ਸ਼ੇਪ ਦਾ ਬਣ ਜਾਏਗਾ। ਠੀਕ ਹੈ ਬੇਟੇ, ਬਟ ਵੋਲਿਊਮ ਉਹਦਾ ਹਮੇਸ਼ਾ ਡੈਫੀਨੇਟ ਰਹਿੰਦਾ। ਗੈਸ ਦੀ ਨਾ ਤਾਂ ਬੇਟੇ ਡੈਫੀਨਾਈਟ ਸ਼ੇਪ ਹੁੰਦੀ ਹੈ ਤੇ ਨਾ ਹੀ ਡੈਫੀਨਾਈਟ ਵੋਲਿਊਮ ਹੁੰਦਾ ਹੈ, ਨਾਦਰ ਡੈਫੀਨਾਈਟ ਸ਼ੇਪ ਨੋ ਡੈਫੀਨਾਈਟ ਵੋਲਿਊਮ। ਠੀਕ ਹੈ ਬੇਟੇ, ਇਹ ਸੀ ਸੋਲਿਡ, ਲਿਕੁਇਡ ਤੇ ਗੈਸ ਦੀ ਡੈਫੀਨੇਸ਼ਨ। ਇਹ ਆਪਾਂ ਛੋਟੀਆਂ ਕਲਾਸਾਂ 'ਚ ਵੀ ਪੜ੍ਹਦੇ ਹਾਂ। ਇਹ ਬੇਟੇ ਦੇ ਰੱਖੇ ਇਹਨਾਂ ਦਾ ਕੰਪੈਰੀਜ਼ਨ ਕਰੈਕਟਰਿਸਟਿਕਸ ਦੇ ਵਿੱਚ ਵੀ ਸੋਲਿਡ, ਲਿਕੁਇਡ ਜਾਂ ਗੈਸ ਦੇ ਵਿੱਚ ਕੀ ਕੰਪੈਰੀਜ਼ਨ ਹੈ। ਬਹੁਤ ਸਿੰਪਲ ਹੈ, ਇੱਕ ਤਾਂ ਇਹਨਾਂ ਦੀ ਚਲੋ ਡੈਫੀਨੇਸ਼ਨ ਹੀ ਕਰ ਲੈਣਾ ਤੁਸੀਂ, ਬਾਕੀ ਇੱਥੇ ਹੋਰ ਵੀ ਆਪਾਂ ਨੂੰ ਦੇ ਰੱਖੇ ਆ ਤੇ ਆਪਾਂ ਛੋਟੀਆਂ ਕਲਾਸਾਂ 'ਚ ਪੜ੍ਹਦੇ ਹੀ ਹੁੰਦੇ ਹਾਂ। ਠੀਕ ਹੈ ਬੇਟੇ, ਇੱਕ ਆਪਣੇ ਕੋਲ ਇੱਥੇ ਇੰਪੋਰਟੈਂਟ ਡੈਫੀਨੇਸ਼ਨ ਆ ਜਾਂਦੀ ਹੈ ਟ੍ਰਿਪਲ ਪੁਆਇੰਟ ਦੀ। ਹਾਂਜੀ ਬੇਟੇ, ਕੀ ਹੁੰਦਾ ਟ੍ਰਿਪਲ ਪੁਆਇੰਟ? the temperature at which all the 3 phase of the same substance exist together is called triple point। ਮਤਲਬ ਜਿੱਥੇ ਕੋਈ ਵੀ ਸਬਸਟਾਂਸ ਆਪਦੀ ਤਿੰਨੋਂ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ, ਤਿੰਨੋਂ ਮਤਲਬ ਸੋਲਿਡ, ਲਿਕੁਇਡ, ਗੈਸ, ਮਤਲਬ ਇਹੋ ਜਿਹਾ ਟੈਂਪਰੇਚਰ ਜਿੱਥੇ ਕੋਈ ਵੀ ਸਬਸਟਾਂਸ ਸੋਲਿਡ 'ਚ ਵੀ ਮਿਲ ਸਕੇ, ਲਿਕੁਇਡ 'ਚ ਵੀ ਤੇ ਗੈਸ, ਮਤਲਬ ਤਿੰਨੇ ਫੋਰਮ ਆਪਾਂ ਨੂੰ ਦਿਖਾਈ ਦੇਣ, ਉਹਨੂੰ ਆਪਾਂ ਕਹਿ ਦਿੰਦੇ ਹਾਂ ਟ੍ਰਿਪਲ ਪੁਆਇੰਟ। ਜਿਵੇਂ ਕਿ ਐਗਜ਼ਾਮਪਲ ਹੋ ਗਿਆ ਬੇਟੇ ਵਾਟਰ ਜਿਹੜਾ ਆਪਦੇ ਤਿੰਨੇ ਫੇਜ਼ ਦੇ ਵਿੱਚ ਆਈਸ, ਵਾਟਰ, ਲਿਕੁਇਡ, ਵਾਟਰ ਵੇਪਰ ਵਿੱਚ ਕਿੱਥੋਂ ਦਿਖਾਈ ਦਿੰਦਾ ਹੈ 0.01 ਡਿਗਰੀ ਸੈਲਸੀਅਸ ਟੈਂਪਰੇਚਰ 'ਤੇ। ਜਦੋਂ ਪ੍ਰੈਸ਼ਰ ਹੁੰਦਾ 4.58 ਨੈਨੋਮੀਟਰ ਪ੍ਰੈਸ਼ਰ ਹੁੰਦਾ ਹੈ। ਠੀਕ ਹੈ ਬੇਟੇ, ਇਹ ਵਾਟਰ ਦਾ ਟ੍ਰਿਪਲ ਪੁਆਇੰਟ ਹੈ। ਕੁਐਸਚਨ ਪੁੱਛਿਆ ਜਾ ਸਕਦਾ ਵਾਟ ਇਜ਼ ਟ੍ਰਿਪਲ ਪੁਆਇੰਟ, ਤੇ ਵਾਟਰ ਦਾ ਟ੍ਰਿਪਲ ਪੁਆਇੰਟ ਕੀ ਹੁੰਦਾ ਇਹ ਪੁੱਛਿਆ ਜਾ ਸਕਦਾ ਹੈ। ਠੀਕ ਹੈ ਬੇਟੇ, ਤੇ ਕੰਪੈਰੀਜ਼ਨ ਆਫ ਕਰੈਕਟਰਿਸਟਿਕਸ ਆਫ ਸੋਲਿਡ, ਲਿਕੁਇਡ ਤੇ ਗੈਸ ਇਹ ਵੀ ਪੁੱਛਿਆ ਜਾ ਸਕਦਾ ਹੈ। ਫਿਰ ਬੇਟੇ ਆਪਾਂ ਨੂੰ ਪਤਾ 2 ਮੋਰ ਸਟੇਟਸ ਆਫ ਮੈਟਰ, 2 ਹੋਰ ਸਟੇਟ ਵੀ ਨੇ ਮੈਟਰ ਦੀਆਂ। ਇਹ ਤਾਂ ਮੇਨ ਸਟੇਟ ਨੇ, ਆਪਾਂ ਆਹੀ ਦੇਖਦੇ ਹਾਂ ਸੋਲਿਡ, ਲਿਕੁਇਡ ਤੇ ਗੈਸ ਹੀ ਦੇਖਦੇ ਹਾਂ ਮੇਨ, ਬਟ 2 ਹੋਰ ਸਟੇਟ ਵੀ ਨੇ। ਠੀਕ ਹੈ, ਇੱਕ ਹੁੰਦੀ ਹੈ ਪਲਾਜ਼ਮਾ ਸਟੇਟ, ਇੱਕ ਹੁੰਦੀ ਹੈ ਬੋਸ-ਆਇਨਸਟਾਈਨ ਸਟੇਟ। ਪਲਾਜ਼ਮਾ ਕਿਹੜੀ ਹੁੰਦੀ ਹੈ, ਆਪਾਂ ਨੂੰ ਪਤਾ ਹੈ ਬੇਟੇ ਸਨ ਦੇਖਿਆ ਹੋਏਗਾ ਸਾਰਿਆਂ ਨੇ, ਸਟਾਰ ਦੇਖਦੇ ਹੀ ਆਪਾਂ, ਬਲਬ ਹੋ ਗਿਆ, ਜਿਹੜੇ ਇਹ ਸਟੇਟ ਹੁੰਦੀਆਂ ਨੇ ਪਲਾਜ਼ਮਾ ਸਟੇਟ ਹੁੰਦੀਆਂ ਨੇ। ਠੀਕ ਹੈ ਬੇਟੇ, ਕੀ ਹੁੰਦਾ ਪਲਾਜ਼ਮਾ ਸਟੇਟ ਦੇ ਵਿੱਚ? ਇਹ 4th ਸਟੇਟ ਹੈ। ਕੀ ਡੈਫੀਨੇਸ਼ਨ ਹੈ? ਵਿਚ ਕੰਸਿਸਟ ਆਫ ਮਿਕਸਚਰ ਆਫ ਇਲੈਕਟ੍ਰੋਨ ਐਂਡ ਪੋਜ਼ਿਟਿਵਲੀ ਚਾਰਜ ਆਇਨਸ ਫॉर्म ਡਿਊ ਟੂ ਸੁਪਰ ਹੀਟਿੰਗ ਆਫ ਦੀ ਗੈਸੀਅਸ ਸਟੇਟ। ਇਹ ਵੀ ਇੱਕ ਗੈਸੀਅਸ ਸਟੇਟ ਹੀ, ਗੈਸ ਦੀ ਸਟੇਟ ਹੈ। ਜਦੋਂ ਆਪਾਂ ਗੈਸੀਅਸ ਸਟੇਟ ਨੂੰ ਸੁਪਰ ਹੀਟ ਕਰਦੇ ਹਾਂ ਤੇ ਉੱਥੇ ਆਪਣੇ ਕੋਲੇ ਕੀ ਹੁਣ ਮਿਕਸਚਰ ਹੋਏ ਇਲੈਕਟ੍ਰੋਨ ਦਾ ਤੇ ਪੋਜ਼ਿਟਿਵ ਚਾਰਜ ਦਾ, ਜਿਹੜੀ ਸਟੇਟ ਬਣਦੀ ਉਹਨੂੰ ਆਪਾਂ ਪਲਾਜ਼ਮਾ ਸਟੇਟ ਕਹਿ ਦਿੰਦੇ ਹਾਂ। ਠੀਕ ਹੈ ਬੇਟੇ, ਉਸੇ ਤਰ੍ਹਾਂ ਹੀ ਇੱਕ ਹੋਰ ਸਟੇਟ ਆਉਂਦੀ ਹੈ ਆਪਣੇ ਕੋਲੇ ਜਿਹਨੂੰ ਬੋਸ-ਆਇਨਸਟਾਈਨ ਸਟੇਟ ਵੀ ਕਹਿ ਦਿੰਦੇ ਹਾਂ। ਠੀਕ ਹੈ ਬੇਟੇ, ਇਹਦਾ ਪਲਾਜ਼ਮਾ ਦੇ ਵਿੱਚ ਐਗਜ਼ਾਮਪਲ ਦੇਖੋ ਬੇਟੇ, ਸਨ ਹੋ ਗਿਆ, ਸਟਾਰਸ ਹੋ ਗਏ। ਠੀਕ ਹੈ, ਇੱਕ ਹੋਰ 5th ਸਟੇਟ ਹੁੰਦੀ ਹੈ ਜਿਹਨੂੰ ਬੋਸ-ਆਇਨਸਟਾਈਨ ਸਟੇਟ ਕਹਿ ਦਿੰਦੇ ਆਪਾਂ। ਇਹ ਸੁਪਰ ਕੂਲਡ ਸੋਲਿਡ ਇਨ ਵਿਚ ਦਾ ਐਟਮ ਲੂਜ਼ देयर इंडिविजुअल आइडेंटिटी एंड कंसर्न्स टू फॉर्म अ सिंगल सुपर एटम्स। मतलब ਇਹ ਕੀ ਹੈ ਆਪਣੇ ਕੋਲੇ, ਜਦੋਂ ਕਿਸੇ ਵੀ ਚੀਜ਼ ਨੂੰ ਸੁਪਰ ਕੋਲਡ ਕੀਤਾ ਜਾਂਦਾ, ਬਹੁਤ ਠੰਡਾ ਕੀਤਾ ਜਾਂਦਾ ਤੇ ਐਟਮਸ ਜਿਹੜੇ ਨੇ ਉਹ ਆਪਦੀ ਆਇਡੈਂਟੀਟੀ ਲੂਜ਼ ਕਰ ਦਿੰਦੇ ਨੇ ਤੇ ਇੱਕ ਸਿੰਗਲ ਐਟਮ ਦੇ ਵਿੱਚ ਕਨਵਰਟ ਹੋ ਜਾਂਦੇ ਆ। ਇਸ ਸਟੇਟ ਨੂੰ ਆਪਾਂ ਬੇਟੇ ਬੋਸ-ਆਇਨਸਟਾਈਨ ਸਟੇਟ ਵੀ ਕਹਿ ਦਿੰਦੇ ਹਾਂ। 5th ਸਟੇਟ ਆਫ ਮੈਟਰ। ਠੀਕ ਹੈ ਬੇਟੇ, ਸਮਝ ਲੱਗੀ? 3 ਸਟੇਟ ਜਿਹੜੀਆਂ ਮੇਨ ਨੇ ਸੋਲਿਡ, ਲਿਕੁਇਡ ਤੇ ਗੈਸ, ਤੇ 2 ਇਹ ਹੋਰ ਆ ਗਈਆਂ ਆਪਣੇ ਕੋਲੇ। ਨੈਕਸਟ ਬੇਟੇ ਆਪਣੇ ਕੋਲ ਆਉਂਦਾ ਇੰਟਰਮੋਲੀਕੂਲਰ ਫੋਰਸਿਸ। ਸਭ ਨੂੰ ਪਤਾ ਵੀ ਇੰਟਰਮੋਲੀਕੂਲਰ ਫੋਰਸਿਸ ਕੀ ਹੁੰਦੀਆਂ ਨੇ? ਦ ਫੋਰਸਿਸ ਆਫ ਅਟਰੈਕਸ਼ਨ ਔਰ ਰਿਪਲਸ਼ਨ ਐਗਜ਼ਿਸਟਿੰਗ ਅਮੰਗ ਦੀ ਪਾਰਟੀਕਲਸ ਆਫ ਦੀ ਸਬਸਟੈਂਸ other than electrostatic force that exist among the oppositely charged ions। ठीक है, and force that hold atom of a molecule together। मतलब ਇੰਟਰਮੋਲੀਕੂਲਰ ਫੋਰਸ ਮੋਲੀਕਿਊਲਸ ਦੇ ਵਿੱਚ ਦੀਆਂ ਜਿਹੜੀਆਂ ਫੋਰਸਿਸ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਇੰਟਰਮੋਲੀਕੂਲਰ ਫੋਰਸ ਕਹਿ ਦਿੰਦੇ ਹਾਂ, ਜਿਹੜੀਆਂ ਕਿ ਮੋਲੀਕਿਊਲ ਦੇ ਪਾਰਟੀਕਲਸ, ਜਿਹੜੇ ਐਟਮਸ ਨੇ ਮੋਲੀਕਿਊਲ ਦੇ ਵਿੱਚ, ਉਹਨਾਂ ਨੂੰ ਬਾਈਂਡ ਕਰਕੇ ਰੱਖਦੀਆਂ ਨੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਬੇਟੇ? ਇੰਟਰਮੋਲੀਕੂਲਰ ਫੋਰਸਿਸ। ਠੀਕ ਹੈ, ਜਿਵੇਂ ਆਪਾਂ ਪੜ੍ਹ ਕੇ ਆਏ ਸੀ ਕੋਵਲੈਂਟ ਬੌਂਡ, ਇਹ ਵੀ ਇੱਕ ਤਰ੍ਹਾਂ ਦੀ ਇੰਟਰਮੋਲੀਕੂਲਰ ਫੋਰਸ ਹੈ।
ठीक है बेटे, ਜਿਹੜੀਆਂ कि रिस्पोंसिबल ने एटम्स ਨੂੰ आपस ਦੇ ਵਿੱਚ ਬੰਨ ਕੇ ਰੱਖਣ ਦੇ ਲਈ। कुछ ने तो अपने को टाइप्स दे रखिया ने, डाइपोल डाइपोल, आयन डाइपोल, आयन इंड्यूस डाइपोल, डाइपोल इंड्यूस डाइपोल, डिस्पर्शन फोर्स, हाइड्रोजन बॉन्डिंग। ठीक है बेटे, डाइपोल डाइपोल इंट्रैक्शन की होंगी है अपने को। दीज फोर्स ऑफ अट्रैक्शन अकर अमोंग दी पोलर मोलिक्यूल्स। देखो दो तरह के मोलिक्यूल होंगे, पोलर ते नॉन पोलर। पोलर जिन्हों के उपर चार्ज होंगे, ठीक है बेटे, तो ਜਿਹੜੀਆਂ डाइपोल डाइपोल इंट्रैक्शन ने ये पोलर मोलिक्यूल ਦੇ ਵਿੱਚ ਹੁੰਦੀਆਂ ਨੇ। ਕਿਹਨਾਂ ਦੇ ਵਿੱਚ ਹੁੰਦੀਆਂ ਨੇ? पोलर मोलिक्यूल ਦੇ ਵਿੱਚ। डाइपोल डाइपोल मतलब दोनों ही पोलर होने चाहिए ने, दोनों ही की होने चाहिए ने? पोलर होने चाहिए ने। ठीक है बेटे, पोलर मोलिक्यूल जिन्होंने को पॉजिटिव पोल होएगा तो की होएगा, एक नैगेटिव पोल होएगा। ओके, फिर आ जाती ने बेटे अपने को सैकेंड आयन डाइपोल इंट्रैक्शन। देखो आप पोलर का एग्जाम्पल दे रखे सी, HCl HCl पोल बने हुए सी परमानेंट पोल, तो इन्हों के जी इतने इंट्रैक्शन होएगी Cl ਤੇ H ਦੇ ਵਿੱਚ, Cl ਤੇ H ਦੇ ਵਿੱਚ ਇੱਥੇ। ठीक है बेटे, इनू आप की कहते हैं डाइपोल डाइपोल इंट्रैक्शन। आयन डाइपोल इंट्रैक्शन मतलब हुण एक आयन होएगा तो एक पोलर मोलिक्यूल होएगा, एक आयन होएगा तो एक होएगा पोलर मोलिक्यूल। दिस इज द अट्रैक्शन बिटवीन एन आयन एंड अ पोलर मोलिक्यूल। देखो जिवें आप NaCl ਨੂੰ डिजोल्व करते हैं वाटर के, तो आपको पता Na पॉजिटिव, Cl नैगेटिव बन जाता है। ठीक है, वाटर मोलिक्यूल के जो ऑक्सीजन है वो नैगेटिव चार्ज होंगे, हाइड्रोजन के होंगे पॉजिटिव चार्ज होंगे। ठीक है जी, Na पॉजिटिव के उपर ऑक्सीजन आके चिपकना शुरू हो जाएगा, मतलब ये की अपने को एक पोलर मोलिक्यूल। पोलर मोलिक्यूल के उपर कौन आने शुरू हो गए? आयन आने शुरू हो गए। ठीक है बेटे, इनू आप कहते हैं आयन डाइपोल इंट्रैक्शन, मतलब Na पॉजिटिव तो वाटर मोलिक्यूल के एक इंट्रैक्शन आ गई। ठीक है बेटे, इनू आप की कहता आयन डाइपोल इंट्रैक्शन कहता। आयन इंड्यूस डाइपोल इंट्रैक्शन। ठीक है बेटे, हुण इंड्यूस डाइपोल आ गया, मतलब इत्थे एक नॉन पोलर आ गया। इंड्यूस डाइपोल मतलब एक इत्थे नॉन पोलर आ गया तो आयन्स दे विच। ये नॉन पोलर मोलिक्यूल मे बी बाई पोलराइज्ड बाय द प्रेजेंस ऑफ आयन। कोई भी इंड्यूस डाइपोल क्या है, मतलब पोलर बन रहा हो। इंड्यूस मतलब बन रहा है, डाइपोल पोलर बन रहा है। ठीक है, I2 बेटे अपने को नॉन पोलर मोलिक्यूल होंगे, बट जो नॉन पोलर मोलिक्यूल के नेड़े कोई भी आयन होंगे, आयन की करता है, उन्होंने आपकी तरफ अट्रैक्ट करने, उन्होंने इलैक्ट्रॉन को आपकी तरफ अट्रैक्ट करने की कोशिश करता है, जिंदी वजह नाल ये पोलर बन जाता है। I2 की बन जाता है? पोलर। वैसे होंगे नॉन पोलर है। ठीक है बेटे, इस करके आप कहते हैं आयन इंड्यूस डाइपोल इंट्रैक्शन। नैक्सट है डाइपोल इंड्यूस डाइपोल इंट्रैक्शन। देखो बेटे, डाइपोल मतलब कोई पोलर मोलिक्यूल है, वो किसी नॉन पोलर मोलिक्यूल नाल अट्रैक्ट होएगा। ठीक है बेटे, अट्रैक्ट करेगा किसी नॉन पोलर। ये नॉन पोलर मोलिक्यूल मे बी पोलराइज बाय प्रेजेंस ऑफ पोलर मोलिक्यूल। इत्थे आयन इंड्यूस डाइपोल सीगा, मतलब आयन द्वारा इंड्यूस हो रहे हैं पोलर। इत्थे डाइपोल इंड्यूस डाइपोल है, मतलब किसी डाइपोल पोलर मोलिक्यूल द्वारा हो रहे हैं। ठीक है बेटे, जिवें कि आप देखा पोलर मोलिक्यूल, नोबल गैसिस। नोबल गैसिस की होंगे ने अपने को नॉन पोलर होंगे ने। जो नॉन पोलर के करीब कोई पोलर मोलिक्यूल होंदा है तो ये इलैक्ट्रॉनों को अपनी तरफ अट्रैक्ट करने की कोशिश करेगा। ठीक है बेटे, तो इहदे उपर भी किया जाएगा, चार्ज आना शुरू हो जाएगा। ओके बेटे, नैक्सट है लंडन फोर्स और डिस्पर्शन फोर्स। पीक फोर्स होंगी है बेटे भी। इट इज़ एडेड टू कन्वाइंस द अबव टाइप्स ऑफ अट्रैक्शन। हावर नैक्सट वेरी सिग्निफिकेंट क्वेश्चन भी वट इंटरमोलिकुलर फोर्स अट्रैक्ट नॉन पोलर मोलिक्यूल्स। कि इंटरमोलिकुलर फोर्स जिहड़ियां ने नॉन पोलर मोलिक्यूल अट्रैक्ट कर सकदियां ने, ये कुछ क्वेश्चन ने। ठीक है, इहदे विच आ जांदा अपने कोल लंडन फोर्स, जिथे बिल्कुल वीक फोर्स होंदी। द फोर्स ऑफ अट्रैक्शन बिटवीन द इंड्यूस्ड मोमेंटरी डाइपोल्स आर कॉल्ड लंडन और या डिस्पर्शन फोर्स। लंडन डिस्पर्शन फोर्स। हीलियम हीलियम का एक एटम, दूजा एटम। ठीक है बेटे, मोमेंटरी डाइपोल, इंड्यूस्ड डाइपोल। फोर्स ऑफ अट्रैक्शन मतलब इत्थे की हो रही है अपने को एक फोर्स ऑफ अट्रैक्शन आ रही है। ठीक है, इनका जो न्यूक्लियस इनके इलैक्ट्रॉन की तरफ अट्रैक्ट होएगा। ठीक है, तो इत्थे जी फोर्स बनेगी, इनू आप लंडन फोर्स कह दें। कि फोर्स कह दें इनू आप बेटे लंडन फोर्स। ठीक है जी, नैक्सट इंटरमोलिकुलर फोर्स वर्सिस थर्मल एनर्जी। देखो बेटे, जो भी आप स्टेट ऑफ मैटर पढ़ते हैं तो क्वेश्चन जरूर अराइज होता है अपने माइंड कि क्यों कुछ सबसटांस सॉलिड होंगे है, लिक्विड होंगे है या गैस होंगे है। ये डिपेंड करता है बेटे दो चीज़ों के उपर, इंटरमोलिकुलर फोर्स ते थर्मल एनर्जी के विच। ठीक है, भी कोई चीज़ सॉलिड होएगी या लिक्विड होएगी या गैस होएगी। हाँ जी बेटे, हुण आपां इन्हां दोनों के विच कंपैरिजन कर रहे हैं। इंटरमोलिकुलर फोर्स की द फोर्स ऑफ अट्रैक्शन बिटवीन मोलिक्यूल ऑफ दैट सबसटांस विच ट्राई टू ब्रिंग द मोलिक्यूल क्लोजर। मतलब
ਇੱਕ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਬੇਟੇ, ਜਿਹਦੇ ਕਰਕੇ ਮੋਲੀਕਿਊਲਸ ਆਪਸ ਦੇ ਵਿੱਚ ਬਣਿਆ ਰਹਿੰਦਾ ਹੈ, ਠੀਕ ਹੈ, ਉਹਦੇ ਐਟਮ ਆਪਸ ਦੇ ਵਿੱਚ ਜੁੜੇ ਰਹਿੰਦੇ ਆ। ਥਰਮਲ ਐਨਰਜੀ ਕੀ ਹੁੰਦੀ ਹੈ, ਇਹਨੂੰ ਕਾਈਨੈਟਿਕ ਐਨਰਜੀ ਵੀ ਕਹਿ ਸਕਦੇ ਹਾਂ। possessed by molecule due to temperature which result into the movement of the molecules, ਠੀਕ ਹੈ ਬੇਟੇ, ਕਾਈਨੈਟਿਕ ਐਨਰਜੀ ਕਹਿ ਸਕਦੇ ਹਾਂ ਇਹਨੂੰ ਆਪਾਂ, ਕਿਉਂਕਿ ਇਹ ਮੂਵਮੈਂਟ ਨਾਲ ਹੁੰਦੀ ਹੈ। ਕਿਹਦੇ ਨਾਲ ਹੁੰਦੀ ਹੈ ਆਪਣੇ ਕੋਲੇ? ਮੂਵਮੈਂਟ ਨਾਲ, ਠੀਕ ਹੈ। ਸੋਲਿਡ, ਲਿਕੁਇਡ, ਗੈਸ, ਤਿੰਨ ਸਟੇਟ ਨੇ। ਸੋਲਿਡ ਦੇ ਵਿੱਚ ਇੰਟਰਮੋਲੀਕੂਲਰ ਫੋਰਸ ਜ਼ਿਆਦਾ ਹੋਏਗੀ ਤੇ ਥਰਮਲ ਐਨਰਜੀ ਬਿਲਕੁਲ ਘੱਟ, ਕਿਉਂਕਿ ਸੋਲਿਡ ਦੇ ਜਿਹੜੇ ਪਾਰਟੀਕਲਸ ਨੇ ਉਹ ਬੇਟੇ ਮੂਵ ਨਹੀਂ ਕਰ ਸਕਦੇ। ਤੇ ਆਪਾਂ ਪੜ੍ਹਿਆ ਜਿਹੜੀ ਥਰਮਲ ਐਨਰਜੀ ਹੈ ਇਹ ਆਪਣੇ ਕੋਲੇ ਕੀ ਹੈ? ਮੂਵਮੈਂਟ ਆਫ ਦੀ ਮੋਲੀਕਿਊਲਸ। ਲਿਕੁਇਡ ਦੇ ਵਿੱਚ ਇੰਟਰਮੋਲੀਕੂਲਰ ਫੋਰਸ ਤੇ ਥਰਮਲ ਐਨਰਜੀ ਦੋਨੋਂ ਹੀ ਮੋਡਰੇਟਡ ਹੁੰਦੀਆਂ ਨੇ, ਦੋਨੋਂ ਹੀ ਪ੍ਰੈਜੈਂਸ ਹੁੰਦੀਆਂ ਨੇ। ਗੈਸ ਦੇ ਵਿੱਚ ਬੇਟੇ ਇੰਟਰਮੋਲੀਕੂਲਰ ਫੋਰਸ ਨਿਗਲੀਜੀਬਲ ਹੁੰਦੀ ਹੈ, ਬਟ ਥਰਮਲ ਐਨਰਜੀ ਦੀ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਵੀ ਇਹਦੇ ਪਾਰਟੀਕਲਸ ਬਹੁਤ ਤੇਜ਼ ਮੂਵ ਕਰਦੇ ਆ, ਇੱਕ ਦੂਸਰੇ ਤੋਂ ਦੂਰ ਚਲੇ ਜਾਂਦੇ ਆ, ਮੂਵ ਕਰਦੇ ਰਹਿੰਦੇ ਆ, ਬਟ ਪਾਰਟੀਕਲਸ ਕਦੇ ਕਲੋਜ਼ ਨਹੀਂ ਰਹਿੰਦੇ, ਕਿਉਂਕਿ ਉਹਦੇ 'ਚ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਨਹੀਂ ਹੁੰਦੀ, ਠੀਕ ਹੈ ਬੇਟੇ, ਸਮਝ ਲੱਗੀ। ਨੈਕਸਟ ਬੇਟੇ ਟਾਈਪਸ ਆਫ ਬੌਂਡਿੰਗ ਐਂਡ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਮੈਲਟਿੰਗ ਪੁਆਇੰਟ ਕੀ ਹੁੰਦਾ ਹੈ? ਜਿੱਥੇ ਕੋਈ ਵੀ ਸੋਲਿਡ ਲਿਕੁਇਡ ਦੇ ਵਿੱਚ ਅਪੀਅਰ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਆਪਾਂ ਮੈਲਟਿੰਗ ਪੁਆਇੰਟ ਕਹਿ ਦਿੰਦੇ ਹਾਂ। ਤੇ ਬੋਇਲਿੰਗ ਪੁਆਇੰਟ ਕੀ ਹੁੰਦਾ? ਜਿੱਥੇ ਕੋਈ ਵੀ ਲਿਕੁਇਡ ਕਿਤੇ ਚੇਂਜ ਹੋ ਜਾਏ ਵੇਪਰ ਦੇ ਵਿੱਚ, ਬੋਇਲਿੰਗ ਪੁਆਇੰਟ ਹੁੰਦਾ, ਠੀਕ ਹੈ ਬੇਟੇ। ਫਿਰ ਆਉਂਦਾ ਹੈ ਬੇਟੇ ਆਪਣੇ ਕੋਲੇ ਬੌਂਡਿੰਗ। ਦੋ ਤਰ੍ਹਾਂ ਦੀ ਬੌਂਡਿੰਗ ਪੜ੍ਹੀ ਹੋਈ ਹੈ, ਆਇਨਿਕ ਬੌਂਡਿੰਗ, ਆਇਨਿਕ ਕੰਪਾਊਂਡ ਤੇ ਕੋਵਲੈਂਟ ਕੰਪਾਊਂਡ। ਜਿਹਦੇ 'ਚ ਆਇਨਿਕ ਬੌਂਡ ਬਣੇਗਾ ਉਹ ਆਇਨਿਕ ਕੰਪਾਊਂਡ ਹੋਏਗਾ। ਆਇਨਿਕ ਕੰਪਾਊਂਡ ਕਦੋਂ ਬਣਦਾ ਹੈ? ਪੋਜ਼ਿਟਿਵ ਤੇ ਨੈਗੇਟਿਵ ਚਾਰਜ ਦੇ ਵਿੱਚ ਬਣਦਾ ਹੈ, ਜਦੋਂ ਇਲੈਕਟ੍ਰੋਨ ਦਾ ਪੂਰਾ ਟਰਾਂਸਫਰ ਹੋ ਜਾਂਦਾ ਹੈ ਇੱਕ ਐਟਮ ਤੋਂ ਦੂਜੇ ਐਟਮ ਦੇ ਵਿੱਚ, ਠੀਕ ਹੈ ਬੇਟੇ। ਤੇ ਕੋਵਲੈਂਟ ਬੌਂਡ ਕਦੋਂ ਬਣਦਾ ਹੈ? ਇਹ ਵੀਕ ਬੌਂਡ ਹੁੰਦਾ ਹੈ ਤੇ ਇਹ ਬਾਈ ਸ਼ੇਅਰਿੰਗ ਆਫ ਇਲੈਕਟ੍ਰੋਨ ਬਣਦਾ ਹੈ। ਕਿਵੇਂ ਬਣਦਾ? ਬਾਈ ਸ਼ੇਅਰਿੰਗ ਆਫ ਇਲੈਕਟ੍ਰੋਨ, ਠੀਕ ਹੈ ਬੇਟੇ। ਦੀ ਗੈਸੀਅਸ ਸਟੇਟ, ਸਭ ਤੋਂ ਪਹਿਲਾਂ ਜਨਰਲ ਕਰੈਕਟਰਿਸਟਿਕਸ ਦੇ ਰੱਖੇ ਨੇ। ਸ਼ੇਪ ਐਂਡ ਵੋਲਿਊਮ ਆਪਾਂ ਨੂੰ ਪਤਾ ਦੋਨੇ ਹੀ ਡੈਫੀਨੇਟ ਨਹੀਂ ਹੁੰਦੇ, ਠੀਕ ਹੈ, ਨਾ ਹੀ ਸ਼ੇਪ ਨਾ ਹੀ ਵੋਲਿਊਮ। ਡੈਂਸਿਟੀ ਲੋ ਡੈਂਸਿਟੀ ਹੁੰਦੀ ਹੈ, ਕੰਪਰੈਸਿਬਿਲਿਟੀ ਹਾਈ ਹੁੰਦੀ ਹੈ, ਡਿਫਿਊਜ਼ਿਬਿਲਿਟੀ ਵੀ ਇਹਦੀ ਬਹੁਤ ਹੁੰਦੀ ਹੈ। ਪ੍ਰੈਸ਼ਰ ਦੇ ਐਗਜ਼ਰਟ ਪ੍ਰੈਸ਼ਰ ਇਕੁਅਲੀ ਇਨ ਆਲ ਡਾਇਰੈਕਸ਼ਨ, ਪ੍ਰੈਸ਼ਰ ਐਗਜ਼ਰਟ ਕਰਦੀ ਹੈ, ਠੀਕ ਹੈ ਬੇਟੇ। ਫਿਰ ਇੱਥੇ ਆਪਣੇ ਕੋਲ ਅੱਗੇ ਨੈਕਸਟ ਆ ਜਾਂਦਾ ਹੈ ਮੇਜ਼ਰਮੈਂਟ ਆਫ ਮਾਸ, ਵੋਲਿਊਮ, ਪ੍ਰੈਸ਼ਰ ਐਂਡ ਟੈਂਪਰੇਚਰ। ਇਹ ਕੋਈ ਜ਼ਿਆਦਾ ਆਪਾਂ ਬੇਟੇ ਕਰਨ ਵਾਲਾ ਨਹੀਂਗਾ, ਬਸ ਤੁਸੀਂ ਯਾਦ ਰੱਖਣਾ ਹੈ ਵੀ ਨੰਬਰ ਆਫ ਮੋਲਸ ਆਪਾਂ ਕਿਵੇਂ ਫਾਈਂਡ ਆਊਟ ਕਰਦੇ ਹਾਂ। ਮਾਸ ਇਨ ਗ੍ਰਾਮਸ ਬਟੇ ਮੋਲਰ ਮਾਸ, ਜਿਵੇਂ ਕਿ ਫਸਟ ਚੈਪਟਰ 'ਚ ਆਪਾਂ ਕਰਵਾਇਆ ਸੀ ਨੰਬਰ ਆਫ ਮੋਲਸ। ਜਦੋਂ ਮੋਲੈਰਿਟੀ ਜਾਂ ਮੋਲੈਲਿਟੀ ਕੱਢਦੇ ਹਾਂ ਉੱਥੇ ਵੀ ਆਪਾਂ ਨੰਬਰ ਆਫ ਮੋਲਸ ਫਾਈਂਡ ਆਊਟ ਕਰਦੇ ਹਾਂ, ਗਿਵਨ ਮਾਸ ਬਟੇ ਮੋਲਰ ਮਾਸ। ਇੱਕ ਮੋਲ ਕਿੰਨੇ ਬਰਾਬਰ ਹੁੰਦਾ ਹੈ? 6.022 ਇੰਟੂ 10⁻23 ਮੋਲੀਕਿਊਲਸ ਦੇ ਬਰਾਬਰ, ਐਵੋਗੈਡਰੋ ਨੰਬਰ ਦੇ ਬਰਾਬਰ, ਠੀਕ ਹੈ ਬੇਟੇ। ਇੱਕ ਆ ਬੇਟੇ ਯਾਦ ਰੱਖਣੀਆਂ ਨੇ ਆਪਾਂ ਨੂੰ ਮੇਜਰਮੈਂਟ, ਵੀ 1 ਮੀਟਰ ਕਿਊਬ ਕਿੰਨੇ ਬਰਾਬਰ ਹੁੰਦਾ ਹੈ, 1 ml ਕਿੰਨੇ ਬਰਾਬਰ ਹੁੰਦਾ ਹੈ, 1 ਲੀਟਰ ਕਿੰਨੇ ਬਰਾਬਰ ਹੁੰਦਾ ਹੈ। ਇਹ ਕੰਮ ਆ ਜਾਂਦੀ ਹੈ ਬੇਟੇ ਨੂਮੈਰੀਕਲਸ ਦੇ ਵਿੱਚ, ਠੀਕ ਹੈ ਜੀ। ਫਿਰ ਇਹਦਾ ਮੇਜ਼ਰਮੈਂਟ ਆਫ ਪ੍ਰੈਸ਼ਰ, ਪ੍ਰੈਸ਼ਰ ਨੂੰ ਕਿਵੇਂ ਮਾਪਿਆ ਜਾਂਦਾ ਹੈ? ਪ੍ਰੈਸ਼ਰ ਨੂੰ ਮਾਪਣ ਦੇ ਲਈ ਜਿਹੜਾ ਆਪਣੇ ਕੋਲ ਇੰਸਟਰੂਮੈਂਟ ਹੈ ਉਹਨੂੰ ਆਪਾਂ ਬੈਰੋਮੀਟਰ ਕਹਿੰਦੇ ਹਾਂ। ਕੀ ਕਹਿੰਦੇ ਹਾਂ ਇਹਨੂੰ ਆਪਾਂ? ਬੈਰੋਮੀਟਰ। ਇੱਕ ਬੇਟੇ ਤੇ ਕੁਐਸਚਨ ਹੈ ਵਾਈ ਇਜ਼ ਮਰਕਰੀ ਯੂਜ਼ਡ ਐਜ਼ ਬੈਰੋਮੈਟ੍ਰਿਕ ਲਿਕੁਇਡ। ਵੀ ਮਰਕਰੀ ਨੂੰ ਆਪਾਂ ਬੈਰੋਮੈਟ੍ਰਿਕ ਲਿਕੁਇਡ ਹੀ ਕਿਉਂ ਨੇ? ਮਤਲਬ ਜਿਹੜਾ ਪ੍ਰੈਸ਼ਰ ਮਾਪਣ ਦੇ ਲਈ ਇੰਸਟਰੂਮੈਂਟ ਯੂਜ਼ ਕੀਤਾ ਬੈਰੋਮੀਟਰ, ਉਹਦੇ 'ਚ ਆਪਾਂ ਮਰਕਰੀ ਹੀ ਕਿਉਂ ਯੂਜ਼ ਕਰਦੇ ਹਾਂ? ਕਿਉਂਕਿ ਜਿਹੜੀ ਮਰਕਰੀ ਹੁੰਦੀ ਹੈ ਉਹ ਕੀ ਹੁੰਦੀ ਹੈ? ਦ ਹਾਈਟ ਆਫ ਦੀ ਕੋਲਮ ਇਨ ਅ ਬੈਰੋਮੀਟਰ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਡੈਂਸਿਟੀ ਆਫ ਲਿਕੁਇਡ, ਠੀਕ ਹੈ ਬੇਟੇ। ਜਿਹੜੀ ਆਪਣੇ ਕੋਲੇ ਹਾਈਟ ਹੁੰਦੀ ਹੈ ਕਿਸੇ ਵੀ ਕੋਲਮ ਦੀ ਬੈਰੋਮੀਟਰ ਦੇ ਵਿੱਚ ਉਹ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ ਕਿਤੇ ਡੈਂਸਿਟੀ ਆਫ ਲਿਕੁਇਡ ਦੇ। ਐਜ਼ ਮਰਕਰੀ ਹੈਜ਼ ਵੈਰੀ ਹਾਈ ਡੈਂਸਿਟੀ, ਦੀ ਹਾਈਟ ਆਫ ਦੀ ਕੋਲਮ ਸੈਟਅਪ ਇਜ਼ ਵੈਰੀ ਕਨਵੈਂਟਲੀ ਫੋਰ ਸਟੱਡੀ, ਠੀਕ ਹੈ। ਤੇ ਮਰਕਰੀ ਦੀ ਡੈਂਸਿਟੀ ਕੀ ਹੁੰਦੀ ਹੈ ਆਪਣੇ ਕੋਲੇ? ਜ਼ਿਆਦਾ ਹੁੰਦੀ ਹੈ, ਠੀਕ ਹੈ ਬੇਟੇ। ਨੈਕਸਟ ਇਹਦੇ ਵਿੱਚ ਆਪਾਂ ਇਹ ਵੀ ਲਿਖ ਸਕਦੇ ਹਾਂ ਵੀ ਜਿਹੜੀ ਮਰਕਰੀ ਹੈ ਨਾ ਬੇਟੇ ਉਹ ਗਲਾਸ ਨਾਲ ਸਟਿਕ ਨਹੀਂ ਹੁੰਦੀ, ਚਿਪਕਦੀ ਨਹੀਂ, ਨੋਨ ਸਟਿਕੀ ਹੁੰਦੀ ਹੈ ਗਲਾਸ ਦੇ ਨਾਲ, ਠੀਕ ਹੈ ਬੇਟੇ। ਇਸ ਕਰਕੇ ਮਰਕਰੀ ਯੂਜ਼ ਕੀਤੀ ਜਾਂਦੀ ਹੈ। ਨੈਕਸਟ ਬੇਟੇ ਆਪਣੇ ਕੋਲ ਕੁਛ ਹੁਣ ਗੈਸਿਸ ਲਾ ਚੱਲ ਰਿਹਾ, ਇੰਪੋਰਟੈਂਟ ਹੈ ਬੇਟੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫਸਟ ਲਾ ਹੈ ਬੋਇਲਸ ਲਾ। ਫਸਟ ਕੀ ਹੈ ਆਪਣੇ ਕੋਲੇ? ਬੋਇਲਸ ਲਾ। ਕੀ ਡੈਫੀਨੇਸ਼ਨ ਹੈ? ਟੈਂਪਰੇਚਰ ਰਿਮੇਨਿੰਗ ਕੌਂਸਟੈਂਟ ਦਾ ਵੋਲਿਊਮ ਆਫ ਅ ਗਿਵਨ ਮਾਸ ਆਫ ਅ ਗੈਸ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਇਟਸ ਪ੍ਰੈਸ਼ਰ। ਹਾਂਜੀ ਬੇਟੇ, ਤਿੰਨ ਚੀਜ਼ਾਂ ਦੇ ਵਿੱਚ ਰਿਲੇਸ਼ਨ ਹੋਏਗੀ ਹਮੇਸ਼ਾ ਹੀ ਇੱਥੇ। ਕਿਹਦੇ ਕਿਹਦੇ ਵਿੱਚ ਹੋਏਗੀ ਰਿਲੇਸ਼ਨ? ਟੈਂਪਰੇਚਰ, ਵੋਲਿਊਮ, ਪ੍ਰੈਸ਼ਰ। ਯਾਦ ਰੱਖ ਲਓ, ਟੈਂਪਰੇਚਰ, ਵੋਲਿਊਮ ਤੇ ਪ੍ਰੈਸ਼ਰ, ਇਹ ਤਿੰਨ ਚੀਜ਼ਾਂ ਦੇ ਵਿੱਚ ਹੀ ਹੁਣ ਰਿਲੇਸ਼ਨ ਚੱਲੇਗੀ। ਬੋਇਲਸ ਲਾ, ਬੋਇਲਸ ਲਾ ਆਪਾਂ ਕਹਿ ਸਕਦੇ ਹਾਂ ਬੋਇਲਸ ਲਾ ਬੋਇਲਿੰਗ ਪੁਆਇੰਟ ਤੋਂ ਰਿਲੇਟਡ ਹੋ ਗਿਆ। ਕਿਹਦੇ ਤੋਂ ਰਿਲੇਟਡ ਹੋ ਗਿਆ? ਬੋਇਲਿੰਗ ਪੁਆਇੰਟ ਤੋਂ ਰਿਲੇਟਡ, ਮਤਲਬ ਇਹਦੇ ਟੈਂਪਰੇਚਰ ਕੌਂਸਟੈਂਟ ਰਹੇਗਾ। ਬੋਇਲਸ ਲਾ ਬੋਇਲਿੰਗ ਪੁਆਇੰਟ ਯਾਦ ਰੱਖਣਾ ਸੌਖਾ ਹੋ ਜਾਏਗਾ। ਬੋਇਲਸ ਲਾ ਬੋਇਲਿੰਗ ਪੁਆਇੰਟ,
मतलब ਟੈਂਪਰੇਚਰ ਕੀ ਰਹੇਗਾ ਆਪਣੇ ਕੋਲੇ ਕੌਨਸਟੈਂਟ ਰਹੇਗਾ, ਟੈਂਪਰੇਚਰ ਰਿਮੇਨਿੰਗ ਕੌਨਸਟੈਂਟ। ਜਿਹੜਾ ਵੋਲਿਊਮ ਆਫ ਗੈਸ ਹੋਏਗਾ, ਠੀਕ ਹੈ, ਉਹ ਕੀ ਹੋਏਗਾ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਇਟਸ ਪ੍ਰੈਸ਼ਰ, मतलब V इज़ इनवर्सली प्रोपोर्शनल टू 1/P, V इज़ इनवर्सली प्रोपोर्शनल टू 1/P, ठीक है बेटे, एट कॉन्सटेंट टैंपरेचर। कई बार दिमाग च नहीं रहिंदा भी वॉल्यूम कॉन्सटेंट है, प्रैशर कॉन्सटेंट है या टैंपरेचर कॉन्सटेंट है। याद रखना बॉइलिंग ला, बॉयल्स ला, बॉइलिंग पॉइंट तो रिलेटेड है, मतलब टैंपरेचर कॉन्सटेंट होएगा, जो वॉल्यूम है तो फिर प्रैशर होएगा, एक दूसरे इनवर्सली प्रोपोर्शनल ने, ठीक है बेटे। प्रोपोर्शनैलिटी का साइन हटा के जो इक्वल टू का लगाने तो कोई कॉन्सटेंट लगा देने के 1/P, P उधर लै गए, P भी इजिकल टू की हो गया K, मतलब P इंटू V किंदे बराबर है कॉन्सटेंट वैल्यू के बराबर है एट कॉन्सटेंट टैंपरेचर। इतों एक नवी डेफिनेशन होर बन गई, टैंपरेचर रिमेनिंग कॉन्सटेंट, टैंपरेचर की रखिए कॉन्सटेंट, द प्रोडक्ट ऑफ प्रैशर एंड वॉल्यूम, प्रैशर तो वॉल्यूम का प्रोडक्ट ऑफ अ गिवन मास ऑफ अ गैस इज कॉन्सटेंट, वो की आएगा हमेशा कॉन्सटेंट आएगा। P1 V1 इज इक्वल टू P2 V2 एट कॉन्सटेंट टैंपरेचर। ये दो डेफिनेशन हो गई बेटे, ठीक है जी। एक तो ऐसी इक्वेशन तो आ गई, तो दूसरी अपने को ऐसी इक्वेशन तो आ गई। बॉयल्स ला याद रखना है, बॉयल्स ला बॉइलिंग पॉइंट मतलब टैंपरेचर कॉन्सटेंट रहेगा तो वॉल्यूम के प्रैशर के रिलेशन आ जाएगी। एक सिग्निफिकेंस पूछे जा सकते हैं बॉयल्स ला दे, एट एल्टीट्यूड एज द एटमोसफेरिक प्रैशर इज लो, अपन पता है ऊंचाई तो एटमोसफेरिक प्रैशर के अंदर लो, द एयर इज लैस डेंस, एयर उत्थे लैस डेंस होंगी है, एज आ रिजल्ट लैस ऑक्सीजन अपन पता होएगी फॉर ब्रैथिंग, the person feel unsickness, headache etc, this is called high altitude sickness, that is why mountaineer have to carry oxygen cylinder with them। देखो बेटे जिवें ऊंचाई ते जावांगे आपां तो आपां नूं पता ऑक्सीजन घट होएगी, ऑक्सीजन घट होएगी तो आपां नूं साह लैण च प्रॉब्लम होएगी, तो आपां नूं वीकनेस आएगी, ठीक है। इस करके जिहड़े माउंटेनर्स हुंदे ने वो आपदे नाल की लैके जांदे आ, सिलेंडर लैके जांदे आ, क्योंकि आपां नूं पता है जिन्ना ज़्यादा प्रैशर लगावे वॉल्यूम उन्ना घट जाएगा बंदा, ठीक है। मतलब छोटे जी सिलेंडर के भी आप बहुत सारी गैस भर के ले जा सकते हैं, क्योंकि यूनिवर्सली प्रोपोर्शनल है, प्रैशर ज़्यादा होएगा वॉल्यूम क्या होएगा घट होएगा, ठीक है बेटे। इनका सिग्निफिकेंस है। नैक्सट अपने को सैकेंड ला आ जाता बेटे चार्लीस ला, जिवें बॉयल्स ला की आप गल की सी, मैं तुहानूं दस्सिया बेटे वॉल्यूम टैंपरेचर तो प्रैशर के ही रिलेशन रहेगी। बॉयल्स ला मैं तुहानूं दस्सिया सीगा भी बॉइलिंग पॉइंट मतलब टैंपरेचर कॉन्सटेंट, चार्लीस ला, चार्लीस नाम होंदा किसी किंग का, जिवें कि किंग नूं ही कहने आपां चार्लीस, तो आपां नूं पता जिहड़ा राजा हुंदा है उनका प्रैशर कॉन्सटेंट होंदा है, प्रैशर हुंदा ना जनता के उपर हुंदा, तो मतलब इहदे च प्रैशर कॉन्सटेंट रहेगा, प्रैशर रिमेनिंग कॉन्सटेंट। तो फिर किंदे च आ गया वॉल्यूम तो टैंपरेचर बच गए, तो जिहड़ा वॉल्यूम ऑफ अ गिवन मास ऑफ गैस इनक्रीज और डिक्रीज, जिहड़ा वॉल्यूम होएगा किसी भी गैस का वो इनक्रीज होएगा या डिक्रीज होएगा बाय 1/273 ऑफ इट्स वॉल्यूम, ठीक है बेटे। इन्ने गुणा उनके वॉल्यूम के एट 0 डिग्री सैल्सीयस फॉर एवरी 1 डिग्री सेंटीग्रेड राइज और फॉल इन टैंपरेचर, मतलब जो वॉल्यूम होएगा और टैंपरेचर की होएगा डायरेक्टली प्रोपोर्शनल होएगा, ठीक है बेटे। मैथेमैटिकली VT इज इक्वल टू V0 प्लस V0 ओवर 273 इंटू T, इनके विचों बेटे की आ जाएगा V0 कॉमन आ जाएगा, कॉमन आ गया, इत्थे 1 बचेगा प्लस T ओवर 273, 1 प्लस T ओवर 273, इत्थे एलसीएम ले लेंगे तो अपने को ये चीज़ बन जाएगी, मतलब VT कितने बराबर है V0 273 प्लस T ओवर 273, ठीक है बेटे। VT की हो गया वॉल्यूम ऑफ गैस एट T0 सेल्सियस टेम्परेचर हो गया सेंटीग्रेड, तो V0 की हो गया वॉल्यूम एट 0 डिग्री सैल्सियस, ठीक है बेटे। तो एक चीज़ याद रखना बेटे, जिमें कि अपन वॉल्यूम ले लिया 10 डिग्री सैल्सियस, वॉल्यूम एट 10 डिग्री सैल्सियस, टैंपरेचर कितना ले लिया आप 10 डिग्री सैल्सियस ले लिया, ठीक है। डिग्री सैल्सियस ले रहे हैं टैंपरेचर, ध्यान रखना, इतने 10 पुट करांगे तो अपने को वैल्यू आ जाएगी, जी वैल्यू सॉल्व करके देख लेना, -1 डिग्री लाँगे तो ये आएगा। एक गल याद रखना, जो आप टैंपरेचर लैके चलते हैं -273 डिग्री सैल्सियस, इतने -273 डिग्री सैल्सियस पर वो सारी चीज़ 0, तो ये सारा 0 हो जाएगा, मतलब ਜਦੋਂ ਆਪਾਂ ਕਿਸੇ भी गैस का टैंपरेचर -273 डिग्री सैल्सियस लेने तो उनका वॉल्यूम क्या हो जाता है 0, ये याद रखना बेटे, एक वधिया चीज़ है इत्थे, ठीक है। दिस इंपेल्स दैट अ गैस एट 273 डिग्री सैल्सियस विल हैव 0 और नो वॉल्यूम, इट विल केस टू एग्जिस्ट बिलो दिस टेम्परेचर द वॉल्यूम विल बी नेगेटिव विच इज़ मीनिंगलैस। In fact, no one has ever traced the rate of the concentration in volume of any gas up to
मतलब किसी भी गैस ਨੂੰ ਆਪਾਂ ਇੰਨੇ ਟੈਂਪਰੇਚਰ ਤੱਕ ਨਹੀਂ ਲਿਜਾ ਸਕਦੇ ਐਟ ਕੌਨਸਟੈਂਟ ਪ੍ਰੈਸ਼ਰ। ਠੀਕ ਹੈ ਬੇਟੇ। It is in actual practices all gases liquefy before this temperature is reached। ठीक है बेटे, समझ लगी भी चार्लीज ला की हुंदा है, जिन्हें च प्रैशर कॉन्सटेंट होएगा तो वॉल्यूम डायरैक्टली प्रोपोर्शनल होएगा टैंपरेचर ते। इहदी मैथेमैटिकली एक्सप्रैशन आ गई तो -273 डिग्री सैल्सीयस ते कोई भी गैस का वॉल्यूम क्या होंदा है 0। इनू आप एब्सोल्यूट टैंपरेचर भी कह दें, किहड़ा टैंपरेचर कह दें एब्सोल्यूट। देखो असीं एब्सोल्यूट 0 या एब्सोल्यूट स्केल ऑफ टेंपरेचर द लोवेस्ट पॉसिबल हाइपोथेटिकल और थियोरटिकल टेंपरेचर ऑफ -273 डिग्री सैल्सियस एट विच आ गैस सपोज टू हैव 0 वॉल्यूम, जिथे किसी भी गैस का वॉल्यूम क्या हो जाता है बेटे 0, उन्होंने आप कहने एब्सोल्यूट टैंपरेचर कहने। एक बेटे कैलविन टैंपरेचर, जे आप डिग्री सैल्सियस में कैलविन चेंज करना तो 273 की कर देना विच ऐड। ठीक है, टी डिग्री सैल्सियस 273 ऐड करेंगे तो टी कैलविन बन जाएगा। तो पिछे जी आप एक एक्सप्रैशन करके आए इतने -273 प्लस टी है। ठीक है बेटे, इतने डिग्री सैल्सियस ले रखे सी 273 ऐड करते, इनू आप कैपिटल टी के लिख सकते हैं, कैलविन के लिख सकते हैं उपर वाली चीज़ में। ठीक है बेटे, अकॉर्डिंग टू चार्लीज ला वी टी इज इक्वल टू वी नोड 273 प्लस टी ओवर 273 सी 273 प्लस टी की जगह पर की लिख देंगे कैपिटल टी, की लिख देंगे इतने आप कैपिटल टी। ठीक है बेटे, पुटिंग दिस की बन जाएगा वी टी इज इक्वल टू वी नोट टी ओवर 273। तो की होएगा अपने को अपन पता है वी नोट के 273 दोनों कॉन्सटेंट ने, वी नोट के 273 किन्ने कॉन्सटेंट तो वी टी किन्ने बराबर आ जाएगा टी दे, वी टी किन्ने बराबर आ जाएगा टी दे, मतलब वॉल्यूम किन्ने डायरेक्टली प्रोपोर्शनल आ जाएगा टैंपरेचर दे। ठीक है बेटे, डायरेक्टली प्रोपोर्शनल का साइन टावांगे कोई कॉन्सटेंट इक्वल टू के टी नीचे आ जाएगा, टी क्या आ जाएगा अपने को नीचे, वी ओवर टी इज इक्वल टू क्या आ जाएगा कॉन्सटेंट। मतलब इतने एक और डेफिनेशन आ गई अपने को, प्रैशर रिमेनिंग कॉन्सटेंट, प्रैशर को कॉन्सटेंट रखो, द वॉल्यूम ऑफ ए मास ऑफ ए गैस इज डायरेक्टली प्रोपोर्शनल टू इट्स टेंपरेचर, इज डायरेक्टली प्रोपोर्शनल टू इट्स टेंपरेचर। ठीक है बेटे, समझ लगी। उसी तरह V1 T1 इज इक्वल टू V2 T2 एट कॉन्सटेंट, हमेशा कॉन्सटेंट चलूगा। नैक्सट है सिग्निफिकेंस ऑफ चार्लीज ला। चार्लीज ला दे सिग्निफिकेंस, जिमें कि बेटे तुसी एयर बैलून देखे है जिहड़े कि उपर हवा दे विच उड़दे आ, देखे होंगे पैराशूट तरह होंगे है, नीचे टोकरी लगी होंगी है। ठीक है बेटे, उहदे च दा सिग्निफिकेंस है कहता एयर एक्सपैंड ऑन हीटिंग। आपां नूं पता है जेकर आपां टैंपरेचर देंगे तो जी गैस होएगी उनका वॉल्यूम इनक्रीज होएगा, क्योंकि वॉल्यूम इज डायरेक्टली प्रोपोर्शनल टू टैंपरेचर, टैंपरेचर बढ़ावांगे वॉल्यूम इनक्रीज होएगा। ठीक है बेटे, इट्स डेंसिटी डिक्रीज, तो डेंसिटी की होएगी डिक्रीज, क्योंकि आपां नूं पता है वॉल्यूम बढ़ रहा है तो डेंसिटी डिक्रीज होएगी। डेंसिटी की होंगी मास अपॉन वॉल्यूम होंगी है, वॉल्यूम बढ़ेगा तो डेंसिटी घटूगी। डज हॉट एयर इज लाइटर दैन दी एटमोसफेरिक एयर, इस करके जी गर्म हवा होंगी जी हल्की हो जाती है एटमोसफेरिक एयर तो। दिस फैक्ट इज मेड यूज ऑफ फिलिंग हॉट एयर इन दी बैलून विच राइज अप दी मैट्रोलॉजिकल ऑब्जरवेशन। ठीक है, इस करके उन्होंने बैलूनस के बेटे हॉट एयर भरी जाती है ताकि वो ईजली उड़ सकन। ठीक है बेटे, समझ लगी। ये सी अपने को अज के टॉपिक जिन्हें आप दो गैसिज ला भी पढ़ चुके हैं, चार्लीज ला तो बॉयल्स ला। बॉयल्स ला बॉइलिंग पॉइंट तो मतलब टैंपरेचर कॉन्सटेंट होएगा, चार्लीज ला प्रैशर कॉन्सटेंट होएगा। ठीक है बेटे, आई होप अज के टॉपिक भी तुहानूं वधिया समझ लगे होणगे। ओके बेटे, थैंक यू।